ਵਾਹਿਗੁਰੂ गुरु जी दी साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरां ने गुरबाणी गुरु राही उपदेश बख्शिश कीता, सानू समझाउंदे भी जिन्ने भी जीव सारे असीं वो परमात्मा दे बच्चे एक अकाल पुरख वाहिगुरु जी। हुण जद तक असीं परमात्मा की सेवा नहीं करते, जद तक असीं शब्द गुरु की सेवा नहीं करते, उन्ना समा फिर सानू फल नहीं मिलता। महाराज फरमाउंदे, जेते जी तेते सब तेरे, बिन सेवा फल किसे ना। बई जिन्ने भी जीव सारे है तो तेरे ही ने, पर जब तक असीं सिमर नहीं करांगे, जब तक असीं भगती नहीं करांगे, सानू फल की प्राप्ति नहीं होएगी। फल की है? फल है जिहड़ा नाम दे विचों सानू रस आउंदा। अमृत जिन्हों फल का नाम दिता, अमृत पी के वो फल की प्राप्ति करके वो फल छक के असी सदा वास्ते अमर हो जाते हैं, सदा वास्ते जीवन मुक्त हो जाते। हुण जे असी वो फल छकना चाहते बई ताकि जिहदे नाल असी सदा लई अमर हो जाइए, फिर सानू कहंदे भी सेवा तो बिना फल नहीं है। है तो जीव सारे मालक दे ही ने, पर जब तक सेवा नहीं करांगे फल किसी नूं नहीं मिलता। हौली सेवा दे उत्ते फिर सानू संत साधु जन लाउंदे, वो सानू सेवा का भेत दिंदे भी पहलां तुसीं संतां दी सेवा करो। संतां दी सेवा हुंदी सिमरन करना। जो ये हुण आपां सिमरन करदे, ये संतां दी सेवा। महाराज फरमाउंदे, संत की सेवा नाम ते आई।
ਵੀ ਸੰਤਾਂ ਦੀ ਸੇਵਾ ਹੁੰਦੀ ਨਾਮ ਧਿਆਉਣ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਸੇਵਾ ਕਰ, ਪਹਿਲਾਂ ਸੰਤਾਂ ਦੀ ਸੇਵਾ ਕਰ। ਫਿਰ ਜਦੋਂ ਅਸੀਂ ਇਹ ਸੰਤਾਂ ਦੀ ਸੇਵਾ ਕਰਦੇ ਹਾਂ, ਫਿਰ ਸੰਤ ਸਾਨੂੰ ਗੁਰੂ ਦੀ ਸੇਵਾ 'ਤੇ ਲਾ ਦਿੰਦੇ। ਗੁਰੂ ਦੀ ਸੇਵਾ ਹੁੰਦੀ ਸੁਣ ਸੁਣ ਕੇ। ਪਰਮਾਤਮਾ ਬੋਲ ਰਿਹਾ, ਉਹਨਾਂ ਦੇ ਮੁਖ ਦੀ ਜਿਹੜੀ ਆਵਾਜ਼ ਹੈ ਉਹ ਉਸ ਨੂੰ ਸ਼ਬਦ ਗੁਰੂ ਆਖੇ। ਸ਼ਬਦ ਗੁਰੂ ਦੀ ਜਿਹੜੀ ਸੇਵਾ ਉਹ ਸੁਣ ਸੁਣ ਕੇ ਕੀਤੀ ਜਾਂਦੀ। ਫਿਰ ਸੰਤ ਜਨ ਸਾਨੂੰ ਗੁਰੂ ਦੇ ਪਾਸ ਭੇਜ ਦਿੰਦੇ ਅਤੇ ਗੁਰੂ ਸਾਨੂੰ ਫਿਰ ਇਹ ਸ਼ਬਦ ਗੁਰੂ ਦੀ ਸੇਵਾ ਦੇ ਉੱਤੇ ਲਾ ਦਿੰਦੇ। ਪਰਮਾਤਮਾ ਬੋਲ ਰਿਹਾ, ਅਸੀਂ ਸੁਣੀ ਜਾਣਾ ਅਤੇ ਸਾਡੀ ਸੁਰਤੀ ਨੇ ਸ਼ਬਦ ਗੁਰੂ ਦਾ ਚੇਲਾ ਬਣ ਸੁਣ ਸੁਣ ਕੇ ਸੇਵਾ ਕਰਨੀ। ਮਹਾਰਾਜ ਫਰਮਾਉਂਦੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਵੀ ਸ਼ਬਦ ਹੈ ਜਿਹੜਾ ਉਹ ਸਾਡਾ ਗੁਰੂ ਹੈ, ਅਤੇ ਜਿਹੜੀ ਸਾਡੀ ਸੁਰਤੀ, ਸਾਡਾ ਮਨ, ਉਹ ਸ਼ਬਦ ਗੁਰੂ ਦਾ ਚੇਲਾ। ਹੁਣ ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ। ਚੇਲਾ ਤਾਂ ਹੀ ਹੈ ਜੇ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਦਾ ਵਚਨ ਮੰਨਦਾ। ਹੁਣ ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਸੁਣ ਸੁਣ ਕੇ, ਅਤੇ ਫਿਰ ਅਸੀਂ ਉਹ ਸ਼ਬਦ ਗੁਰੂ ਦੇ ਚੇਲੇ ਬਣ ਜਾਂਦੇ। ਫਿਰ ਸਾਨੂੰ ਕਹਿੰਦੇ ਵੀ ਸੇਵਾ ਕਰੋ ਸਤਿਗੁਰ ਦੀ। ਸਤਿਗੁਰ ਦੀ ਜਿਹੜੀ ਸੇਵਾ ਹੁੰਦੀ ਉਹ ਨਜ਼ਰਾਂ ਦੁਆਰਾ ਦੇਖ ਦੇਖ ਕੇ ਕੀਤੀ ਜਾਂਦੀ। ਦ੍ਰਿਸ਼ਟੀ ਦੁਆਰਾ, ਨਜ਼ਰਾਂ ਦੁਆਰਾ ਹੀ ਫਿਰ ਸਾਡਾ ਜਿਹੜਾ ਮਨ ਉਹ ਵਸ ਵਿੱਚ ਰਹਿੰਦਾ, ਨਜ਼ਰਾਂ ਦੁਆਰਾ ਹੀ ਨਿਰਮਲ ਰਹਿੰਦਾ। ਇਹ ਦ੍ਰਿਸ਼ਟੀ ਦੁਆਰਾ ਹੀ ਫਿਰ ਸੇਵਾ ਕੀਤੀ ਜਾਂਦੀ। ਮਹਾਰਾਜ ਫਰਮਾਉਂਦੇ ਨੇ, ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਈ, ਨਦਰੀ ਇਹ ਮਨ ਵਾਸਾ ਵੀ, ਨਦਰੀ ਮਨ ਨਿਰਮਲ ਹੋਈ। ਪਰਮਾਤਮਾ ਨੂੰ ਦੇਖੀ ਜਾਣਾ, ਦੇਖ ਦੇਖ ਕੇ ਉਹਦੀ ਸੇਵਾ ਹੈ। ਫਿਰ ਅਸੀਂ ਜਿੱਥੇ ਵੀ ਜਾਵਾਂਗੇ ਉੱਥੇ ਹੀ ਦੇਖ ਕੇ ਉਹਦੀ ਸੇਵਾ ਕਰ ਸਕਦੇ। ਜਹਾਂ ਜਹਾਂ ਜਾਊਂ ਤਹਾਂ ਤੇਰੀ ਸੇਵਾ, ਤੁਮ ਸਾਵਰ ਨਾਹੀ ਕੋ ਦੇਵਾ। ਵੀ ਤੇਰੇ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ ਜਿਹਦੀ ਅਸੀਂ ਸੇਵਾ ਕਰੀਏ। ਤੂੰ ਹਰ ਥਾਂ 'ਤੇ, ਤੂੰ ਸਭਨੀ ਥਾਈਂ, ਜਿਥੇ ਹੋਂ ਜਾਈ ਸੱਚਾ ਸਿਰਜਣਹਾਰ ਜੀ। ਬਈ ਤੂੰ ਸੱਚਾ ਸਿਰਜਣਹਾਰ, ਤੂੰ ਸਭਨੀ ਥਾਈਂ ਹੈ। ਜਿੱਥੇ ਵੀ ਅਸੀਂ ਚਲੇ ਜਾਵਾਂਗੇ ਉੱਥੇ ਤੇਰੀ ਸੇਵਾ ਕਰ ਸਕਦੇ। ਹੁਣ ਇਹ ਫਿਰ ਕੀਤੀ ਹੋਈ ਸੇਵਾ ਸਤਿਗੁਰ ਦੀ ਪ੍ਰਵਾਨ। ਇਹ ਸੇਵਾ ਦੇ ਨਾਲ ਸਾਨੂੰ ਮਨ ਚਿੰਤਿਆ ਫਲ ਦੀ ਪ੍ਰਾਪਤੀ ਹੁੰਦੀ ਅਤੇ ਸਾਡੇ ਅੰਦਰੋਂ ਹਉਮੈ, ਜਿਹੜੀ ਇਹ ਹਉਮੈ ਖਤਮ ਹੋ ਜਾਂਦੀ, ਹਉਮੈ ਦਾ ਵਿਨਾਸ਼ ਹੋ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ ਸਾਨੂੰ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਤਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸਤਿਗੁਰ ਦੀ ਜਿਹੜੀ ਸੇਵਾ ਉਹ ਇਹਨਾਂ ਹੱਥਾਂ ਪੈਰਾਂ ਨਾਲ ਨਹੀਂ ਹੁੰਦੀ, ਉਹ ਨਜ਼ਰਾਂ ਦੁਆਰਾ, ਦ੍ਰਿਸ਼ਟੀ ਦੁਆਰਾ ਕੀਤੀ ਜਾਂਦੀ। ਔਰ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਿੰਨੇ ਵੀ ਜੀਅ ਨੇ ਸਾਰੇ ਮਾਲਕ ਦੇ ਆਪਣੇ ਨੇ, ਪਰ ਸਾਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਜਦ ਤੱਕ ਅਸੀਂ ਸੇਵਾ ਨਹੀਂ ਕਰਦੇ। ਮਹਾਰਾਜ ਤਾਂਹੀਓ ਫਰਮਾਉਂਦੇ, ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਾ।
ਬਈ ਜਿੰਨੇ ਵੀ ਜੀਵ ਸਭ ਤੇਰੇ ਨੇ, ਪਰ ਜਦ ਤੱਕ ਤੇਰੀ ਸੇਵਾ ਨਹੀਂ ਕਰਦੇ ਉਹਨਾਂ ਸਮਾਂ ਸਾਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਉਹਨਾਂ ਸਮਾਂ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਔਰ ਇਸ ਵਾਸਤੇ ਸਾਨੂੰ ਕਹਿੰਦੇ ਵੀ ਸੇਵਾ ਕਰ। ਜਿਹੜਾ ਸੇਵਕ ਐਸੀ ਸੇਵਾ ਕਰੇ ਜਿਸ ਮਾਲਕ ਦਾ ਸਾਰਾ ਕੁਛ ਉਹਨੂੰ ਅੱਗੇ ਆਪਣਾ ਆਪਾਂ ਸਾਰਾ ਕੁਛ ਅਰਪਣ ਕਰ ਦੇਵੇ। ਫਰਮਾਉਂਦੇ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਓ ਤੇ ਸਾਗੇ ਧਰੀ, ਸਾਹੇ ਭਾਵੇ ਸੋ ਪਰਵਾਨ, ਸੋ ਸੇਵਕ ਦਰਗਾ ਪਾਵੇ ਮਾਨ। ਵੀ ਅਸੀਂ ਐਸੀ ਸੇਵਾ ਕਰੀਏ ਮਾਲਕ ਦੀ ਵੀ ਉਹਦੇ ਅੱਗੇ ਆਪਣਾ ਆਪਾਂ ਸਮਰਪਣ ਕਰ ਦਈਏ, ਆਪਣਾ ਆਪਾਂ ਵਾਰ ਦਈਏ। ਫਿਰ ਜੇ ਅਸੀਂ ਸਾਹਿਬ ਨੂੰ ਭਾ ਜਾਈਏ, ਮਾਲਕ ਨੂੰ, ਸਤਿਗੁਰੂ ਨੂੰ, ਤੇ ਫਿਰ ਸਾਨੂੰ ਦਰਗਾਹ 'ਚ ਮਾਣ ਮਿਲਦਾ, ਸਾਨੂੰ ਦਰਗਾਹ 'ਚ ਥਾਂ ਮਿਲ ਜਾਂਦੀ। ਔਰ ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇੱਕ ਦੀ ਸੇਵਾ ਕਰ। ਜੇ ਅਸੀਂ ਸੇਵਾ ਕਰਾਂਗੇ ਦੂਜੇ ਦੀ, ਫਿਰ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ, ਫਿਰ ਸਾਨੂੰ ਦਰਗਾਹ 'ਚ ਥਾਂ ਨਹੀਂ ਮਿਲ ਸਕਦੀ। ਜਿਵੇਂ ਜੀਵ ਸੇਵਾ ਕਰਦਾ ਹੋਵੇ ਤਾਂ ਵੀ ਇੱਧਰ ਉੱਧਰ ਦੀ ਦੂਜੇ ਦੀ ਮਾਇਆ 'ਚ, ਫਿਰ ਉਹ ਇਸ ਤਰ੍ਹਾਂ ਸਵਾਰ ਹੋਣਾ ਵੀ ਜਿਵੇਂ ਜੀਵ ਪੱਥਰ ਦੀ ਬੇੜੀ ਹੋਵੇ, ਉਹਦੇ ਉੱਤੇ ਸਵਾਰ ਹੋ ਜੇ ਤੇ ਉਹਨੇ ਤਾਂ ਡੁੱਬਣਾ ਹੀ ਡੁੱਬਣਾ। ਔਰ ਇਹੋ ਵਾਸਤਾ ਫਿਰ ਜਿਹੜੇ ਜੀਵ ਆਪਦੀ ਮੱਤ ਦੁਆਰਾ ਚੱਲਦੇ, ਜਿਨ੍ਹਾਂ ਨੂੰ ਗੁਰਬਾਣੀ 'ਚ ਮਨਮੁਖ ਆਖੀ, ਮਾਰੇ ਫਰਮਾਉਂਦੇ ਆਵੇ ਤਵੇ ਕੀ ਚਾਕਰੀ, ਕਿਉਂ ਦਰਗਾਹ ਪਾਵੇ। ਪੱਥਰ ਕੀ ਬੇੜੀ ਜੇ ਚੜੇ ਭਰ ਨਾਲ ਵਡਾਵੇ। ਵੀ ਆਵੇ ਤਵੇ ਦੀ ਚਾਕਰੀ ਸਾਨੂੰ ਕਿਵੇਂ ਦਰਗਾਹ 'ਚ ਥਾਂ ਮਿਲੇਗੀ। ਪੱਥਰ ਦੀ ਬੇੜੀ 'ਤੇ ਸਵਾਰ ਹੋਵਾਂਗੇ ਤੇ ਕਿਵੇਂ ਤਰਾਂਗੇ, ਉਹਦਾ ਭਾਰ ਨਾਲ ਹੀ ਡੁੱਬ ਜੇਗੀ। ਔਰ ਇਸ ਵਾਸਤੇ ਸਾਨੂੰ ਕਹਿੰਦੇ ਵੀ ਸੇਵਾ ਕਰੋ ਇੱਕ ਦੀ, ਮਾਲਕ ਦੀ, ਪਰਮਾਤਮਾ ਦੀ। ਸੇਵਾ ਨਾ ਕਰੋ ਇੱਕ ਦਾ, ਉਹਨੂੰ ਧਿਆਓ, ਜਿਹਨੂੰ ਧਿਆਉਣ ਦੇ ਨਾਲ ਸਾਡੇ ਸਾਰੇ ਦੁੱਖ ਕਲੇਸ਼ ਇਹ ਖਤਮ ਹੋ ਜਾਂਦੇ। ਜਿਹਨੂੰ ਧਿਆਉਣ ਦੇ ਨਾਲ ਸਾਡੇ ਮਨ ਨੇ ਸਦਾ ਸੁਖੀ ਹੋ ਜਾਣ। ਸੋ ਤਾਂ ਫਿਰ ਮਨ ਨੂੰ ਕਹਿੰਦੇ ਵੀ ਉਹਦੀ ਸ਼ਰਨ ਦੇ ਵਿੱਚ ਪੈ, ਜਿਹਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਸਾਡੇ ਦੁੱਖ ਦਰਦ, ਸਾਡਾ ਜਨਮ ਮਰਨ ਦਾ ਰੋਗ ਕੱਟਿਆ ਜਾਂਦਾ। ਜੇ ਕਹਿੰਦੇ ਤੂੰ ਸਦਾ ਸੁਖੀ ਹੋਣਾ ਚਾਹੁੰਦਾ, ਫਿਰ ਤੂੰ ਰਾਮ ਦੀ, ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਜਾ। ਫਰਮਾਉਂਦੇ ਨੇ ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਵੀ ਜਿਹੜੇ ਜੀਵ ਸਦਾ ਸੁਖੀ ਹੋਣਾ ਚਾਹੁੰਦੇ, ਉਹ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾ। ਅਸੀਂ ਸਾਰੇ ਅਕਾਲ ਪੁਰਖ ਦੇ ਬੱਚੇ ਹਾਂ। ਸਾਡੇ ਮਨ 'ਤੇ ਸਾਰਿਆਂ ਨੂੰ ਸੰਤ ਕਹਿ ਕੇ ਸਾਡੇ ਮਨਾਂ ਨੂੰ ਆਵਾਜ਼ ਦਿੰਦੇ, ਗੁਰੂ ਉੱਚੀ ਬਾਂਹ ਕਰਕੇ ਬਈ ਸੰਤੋ ਸਾਡੀ ਗੱਲ ਸੁਣੋ। ਜੇ ਤੁਸੀਂ ਆਤਮਿਕ ਆਨੰਦ ਲੈਣਾ ਚਾਹੁੰਦੇ ਹੋ, ਸਦਾ ਸੁੱਖ ਲੈਣਾ ਚਾਹੁੰਦੇ ਹੋ, ਫਿਰ ਤੁਸੀਂ ਕਹਿੰਦੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਜਾਓ। ਮਾਰੇ ਫਰਮਾਉਂਦੇ ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੋ ਕੀਜੇ। ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵੀਚ। ਵੀ ਜੇ ਤੂੰ ਆਤਮਿਕ ਸੁੱਖ ਭਾਲਦਾ ਹੈ, ਫਿਰ ਤੂੰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ। ਹੁਣ ਸਤਿਗੁਰ ਦੀ ਸ਼ਰਨ ਦੇ ਵਿੱਚ
ਜਾਣ ਵਾਸਤੇ ਸਾਨੂੰ ਆਪਦੀ ਮੱਤ, ਸਾਨੂੰ ਆਪਦੀ ਸਿਆਣਪ ਇਹ ਛੱਡਣੀ ਪੈਂਦੀ, ਫਿਰ ਅਸੀਂ ਸਤਿਗੁਰ ਦੀ ਸ਼ਰਨ 'ਚ ਬੈਠ ਸਕਦੇ। ਜੇ ਅਸੀਂ ਆਪਦੀ ਮੱਤ ਵਰਤਾਂਗੇ, ਆਪਦੀ ਸਿਆਣਪ ਵਰਤਾਂਗੇ, ਫਿਰ ਅਸੀਂ ਸਤਿਗੁਰਾਂ ਦੀ ਸ਼ਰਨ 'ਚ ਰਹਿ ਨਹੀਂ ਸਕਦੇ। ਹੁਣ ਆਪਣਾ ਆਪ ਸਮਰਪਣ ਕਰ, ਜਿਵੇਂ ਹੁਣ ਕਈ ਜੀਵ ਕਹਿ ਦਿੰਦੇ ਵੀ ਗੁਰੂ ਨੂੰ ਜੇ ਅਸੀਂ ਆਪ ਸਮਰਪਣ ਕਰ ਦਿਆਂਗੇ ਤਾਂ ਉਹਦੇ ਬਦਲੇ ਗੁਰੂ ਸਾਨੂੰ ਕੀ ਦੇਵੇਗਾ। ਹੁਣ ਜੇ ਅਸੀਂ ਇਸ ਤਰ੍ਹਾਂ ਹਿਸਾਬ ਕਿਤਾਬ ਰੱਖਾਂਗੇ ਫਿਰ ਤਾਂ ਅਸੀਂ ਆਪਣਾ ਆਪ ਸਮਰਪਣ ਕੀਤਾ ਹੀ ਨਹੀਂ। ਆਪ ਸਮਰਪਣ ਜਦੋਂ ਕਰ ਹੀ ਦਿੱਤਾ, ਫਿਰ ਅਸੀਂ ਇਹ ਥੋੜ੍ਹੀ ਹਿਸਾਬ ਕਿਤਾਬ ਰੱਖਾਂਗੇ ਵੀ ਸਾਨੂੰ ਕੀ ਲਾਭ ਹੋਣਾ, ਕੀ ਸਾਨੂੰ ਹਾਨੀ ਹੋਣੀ। ਫਿਰ ਤਾਂ ਇਹਦਾ ਹਿਸਾਬ ਕਿਤਾਬ ਵੀ ਗੁਰੂ ਰੱਖੇ ਤੇ ਸਤਿਗੁਰੂ ਜਾਣ। ਜਦੋਂ ਅਸੀਂ ਆਪਣਾ ਆਪ ਹੀ ਸਮਰਪਣ ਕਰ ਦਿੱਤਾ, ਜੇ ਅਸੀਂ ਇਹ ਹਿਸਾਬ ਕਿਤਾਬ 'ਚ ਪਏ ਹਾਂ ਅਤੇ ਫਿਰ ਅਸੀਂ ਆਪਣਾ ਆਪ ਸਮਰਪਣ ਕੀਤਾ ਹੀ ਨਹੀਂ। ਹੁਣ ਆਪਣਾ ਆਪ ਸਮਰਪਣ ਨਾ ਕਰਨ ਕਰਕੇ ਹੀ ਫਿਰ ਅਸੀਂ ਦੁਖੀ ਹੁੰਦੇ, ਅਸੀਂ ਅਸ਼ਾਂਤ ਹੁੰਦੇ। ਦੁੱਖ ਦਾ ਕਾਰਨ ਕੋਈ ਹੋਰ ਨਹੀਂ, ਸਾਨੂੰ ਕੋਈ ਹੋਰ ਨਹੀਂ ਦੁਖੀ ਕਰਦਾ, ਸਾਨੂੰ ਸਾਡੀ ਮੱਤ, ਸਾਡੀ ਸਿਆਣਪ ਹੀ ਦੁੱਖਾਂ 'ਚ ਲੈ ਕੇ ਜਾਂਦੀ। ਦੁੱਖ ਦਾ ਕਾਰਨ ਸਾਡੀ ਆਪਣੀ ਮੱਤ ਬਣੀ ਹੋਈ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ ਵੀ ਆਪਦੀ ਮੱਤ ਛੱਡ ਦਿਓ, ਆਪਦੀ ਸਿਆਣਪ ਛੱਡ ਦਿਓ। ਪਰ ਹੁਣ ਇਹ ਆਪਦੀ ਮੱਤ ਹੀ ਛੱਡਣੀ ਬੜੀ ਔਖੀ ਹੈ, ਬੜੀ ਕਠਿਨ ਹੈ, ਛੱਡੀ ਨਹੀਂ ਜਾਂਦੀ। ਮਹਾਰਾਜ ਤਾਈਓ ਫਰਮਾਉਂਦੇ, ਮਨ ਕੀ ਮੱਤ ਤਿਆਗੋ ਹਰ ਜਨ, ਇਹਾਂ ਬਾਤ ਕਠੈਨੀ। ਵੀ ਇਹ ਗੱਲ ਬੜੀ ਕਠਿਨ, ਆਪਦੀ ਮੱਤ ਛੱਡ ਦੇਣ। ਜੇ ਅਸੀਂ ਛੱਡ ਦਈਏ ਅਤੇ ਫਿਰ ਅਸੀਂ ਗੁਰੂ ਦੇ ਸ਼ਬਦ ਨੂੰ ਬੁੱਝ ਕੇ, ਨਾਮ ਨੂੰ ਬੁੱਝ ਕੇ ਅਸੀਂ ਹੁਕਮ ਦੇ ਵਿੱਚ ਆ ਸਕਦੇ ਅਤੇ ਅਸੀਂ ਸੇਵਾ ਕਰ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ, ਮਨ ਕੀ ਮੱਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ ਰੇ। ਬਈ ਹੁਕਮ ਨੂੰ ਬੁੱਝ ਕੇ ਫਿਰ ਸੁੱਖ ਦੀ ਪ੍ਰਾਪਤੀ ਹੁੰਦੀ। ਜੇ ਅਸੀਂ ਆਪਦੀ ਮੱਤ ਛੱਡ ਦਈਏ ਤਾਂ ਫਿਰ ਸੁਖੀ ਹੋ ਸਕਦੇ। ਹੁਣ ਆਪਦੀ ਮੱਤ, ਆਪਦੀ ਸਿਆਣਪ ਛੱਡਣ ਵਾਸਤੇ ਇਹ ਫਿਰ ਸਾਨੂੰ ਸਿਮਰਨ ਕਰਨਾ ਪੈਂਦਾ। ਹੁਣ ਇਹ ਜਿਹੜਾ ਅਸੀਂ ਸਿਮਰਨ ਕਰਦੇ, ਇਸੇ ਵਾਸਤੇ ਕਰਦੇ ਵੀ ਸਾਡੀ ਮੱਤ ਖਤਮ ਹੋ ਜੇ, ਸਾਡਾ ਆਪਣਾ ਆਪਾ ਖਤਮ ਹੋ ਜੇ, ਵੀ ਤਾਂ ਕਿ ਸਾਨੂੰ ਗੁਰੂ ਦੇ ਸਤਿਗੁਰ ਦੀ ਮੱਤ ਆ ਜੀ। ਹੁਣ ਮਹਾਰਾਜ ਕਹਿੰਦੇ, ਫਿਰ ਜਿਨ੍ਹਾਂ ਨੇ ਆਪਦੀ ਮੱਤ ਖਤਮ ਕਰ ਲਈ ਉਹਨਾਂ ਨੂੰ ਫਿਰ ਸਤਿਗੁਰ ਦੀ ਮੱਤ ਆ ਗਈ, ਅਤੇ ਜਿਨ੍ਹਾਂ ਨੂੰ ਸਤਿਗੁਰ ਦੀ ਮੱਤ ਆ ਗਈ ਉਹ ਸਤਿਗੁਰ ਦੇ ਵਿੱਚ ਹੀ ਸਮਾ ਜਾਂਦੇ, ਉਹਦੇ ਵਿੱਚ ਹੀ ਲੀਨ ਹੋ ਜਾਂਦੇ। ਮਹਾਰਾਜ ਫਰਮਾਉਂਦੇ, ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੀ ਸਮਾਨਾ। ਵੀ ਉਹਦਾ ਸਤਿਗੁਰ ਦੇ ਸਮਾਨ ਹੀ ਹੋ ਗਿਆ ਅਤੇ ਉਹ ਸਤਿਗੁਰ ਦੇ ਵਿੱਚ ਹੀ ਸਮਾ ਗਿਆ। ਇਹ ਆ ਕੇ ਉਹਨੂੰ ਸਤਿਗੁਰ ਦੀ ਮੱਤ ਆ ਗਈ। ਇਸੇ ਵਾਸਤੇ ਹੁਣ ਆਪਾਂ ਰੋਜ਼ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਤਾਂ ਕਿ ਸਾਡੀ ਆਪਣੀ ਮੱਤ, ਸਾਡੀ ਸਿਆਣਪ ਖਤਮ ਹੋ ਜੇ, ਸਾਨੂੰ ਗੁਰੂ ਦੇ ਸਤਿਗੁਰ ਦੀ ਮੱਤ ਆ ਜੀ, ਤਾਂ ਕਿ ਸਾਡਾ ਜਿਹੜਾ ਮਨ ਇਹ ਵੀ ਸੇਵਾ 'ਤੇ ਲੱਗ ਜੇ। ਜੇ ਹੁਣ ਇਹ ਸੇਵਾ ਕਰੇਗਾ ਤਾਂ ਫਿਰ ਇਹਨੂੰ ਫਲ ਦੀ ਪ੍ਰਾਪਤੀ ਹੋਣੀ, ਨਹੀਂ ਤਾਂ ਇਹਨੂੰ ਫਲ ਦੀ ਪ੍ਰਾਪਤੀ ਨਹੀਂ ਹੋਣੀ। ਜੇ ਹੁਣ ਸੇਵਾ ਕਰਦਾ ਨਹੀਂ, ਫਿਰ ਮਹਾਰਾਜ ਕਹਿੰਦੇ ਵੀ ਸੇਵਾ ਥੋੜ੍ਹੀ ਅਤੇ ਮੰਗਦਾ ਬਹੁਤ ਹੈ। ਸੇਵਾ ਥੋੜ੍ਹੀ, ਮੰਗਣ ਬਹੁਤਾ। ਵੀ ਫਿਰ ਇਹ ਮੰਗਦਾ ਬਹੁਤਾ ਅਤੇ ਸੇਵਾ ਥੋੜ੍ਹੀ ਅਤੇ ਮੰਗੀ ਜਾਂਦੀ।
ਮਹਾਰਾਜ ਕਹਿੰਦੇ ਬਿਨਾਂ ਸੇਵਾ ਤੋਂ ਤੈਨੂੰ ਫਲ ਨਹੀਂ ਮਿਲਣਾ। ਜਦ ਤੱਕ ਤੂੰ ਮਿਹਨਤ ਨਹੀਂ ਕਰੇਗਾ ਉਹਨਾਂ ਸਮਾਂ ਤੈਨੂੰ ਫਲ ਨਹੀਂ ਮਿਲੇਗਾ, ਅਤੇ ਤੈਨੂੰ ਨਾ ਉਹਦੀ ਕਦਰ ਹੋਣੀ, ਨਾ ਉਹਦੀ ਤੈਨੂੰ ਕੀਮਤ ਦਾ ਪਤਾ ਲੱਗਣਾ। ਜਿਵੇਂ ਹੁਣ ਆਪਾਂ ਸੰਸਾਰ 'ਚ ਦੇਖਦੇ, ਇੱਕ ਜੀਵ ਨੇ ਹੱਥੀਂ ਮਿਹਨਤ ਕੀਤੀ, ਦਿਨ ਰਾਤ ਉਹਨੇ ਇੱਕ ਕਰਕੇ ਕੁਝ ਧਨ ਕੁਝ ਪੂੰਜੀ ਇਕੱਠੀ ਕੀਤੀ। ਹੁਣ ਇੱਕ ਜੀਵ ਹੈ ਵੀ ਜਿਹਨੇ ਕੋਈ ਮਿਹਨਤ ਨਹੀਂ ਕੀਤੀ, ਉਹਨੂੰ ਉੱਦਾਂ ਹੀ ਧਨ ਮਿਲ ਗਿਆ। ਹੁਣ ਉਹਨੂੰ ਉਹਦੀ ਕੀਮਤ ਦਾ ਨਹੀਂ ਪਤਾ, ਉਹਦੀ ਕਦਰ ਨਹੀਂ। ਹੁਣ ਜਿਹਨੇ ਮਿਹਨਤ ਕੀਤੀ ਉਹਨੂੰ ਉਹਦੀ ਕਦਰ ਹੈ, ਕਿਉਂਕਿ ਉਹਨੂੰ ਪਤਾ ਵੀ ਮੈਂ ਇੰਨੀ ਮਿਹਨਤ ਕੀਤੀ। ਹੁਣ ਇਸੇ ਤਰ੍ਹਾਂ ਹੀ ਇੱਧਰ ਹੈ ਮਨ ਦੀ ਵਸਤ। ਜੇ ਅਸੀਂ ਮਿਹਨਤ ਨਹੀਂ ਕਰਦੇ ਅਤੇ ਸਾਨੂੰ ਉਹ ਚੀਜ਼ ਦੀ ਕਦਰ ਹੀ ਨਹੀਂ ਹੁੰਦੀ, ਸਾਨੂੰ ਕੀਮਤ ਦਾ ਪਤਾ ਹੀ ਨਹੀਂ। ਜੇ ਅਸੀਂ ਮਿਹਨਤ ਕਰਕੇ ਉੱਥੇ ਪਹੁੰਚੇ, ਘਾਲ ਨਾ ਘਾਲੀਏ, ਅਤੇ ਸਾਨੂੰ ਫਿਰ ਕਦਰ ਹੁੰਦੀ, ਸਾਨੂੰ ਪਤਾ ਹੁੰਦਾ ਵੀ ਇਹ ਵਸਤੂ, ਇਹ ਚੀਜ਼ ਕੋਈ ਮਾਮੂਲੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਿਰ ਸਮਝਾਉਂਦੇ ਵੀ ਜਿਵੇਂ ਹੁਣ ਅੰਮ੍ਰਿਤ ਹੈ, ਫਲ ਹੈ। ਹੁਣ ਇਹ ਅੰਮ੍ਰਿਤ ਦੀ ਸਾਰ ਉਹਨੂੰ ਹੀ ਪਤਾ ਜਿਹੜਾ ਅੰਮ੍ਰਿਤ ਦਾ ਵਪਾਰੀ ਹੈ। ਜਿਹੜਾ ਵਪਾਰੀ ਨਹੀਂ, ਉਹਨੂੰ ਉਹਦੀ ਕੀ ਸਾਰ ਅੰਮ੍ਰਿਤ ਦੀ, ਉਹਨੂੰ ਕੀ ਭੇਤ ਉਹਦਾ। ਮਹਾਰਾਜ ਫਰਮਾਉਂਦੇ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੋ ਅੰਮ੍ਰਿਤ ਕਾ ਵਪਾਰੀ ਜੀ। ਬਈ ਜਿਵੇਂ ਸੰਸਾਰ 'ਚ ਵੀ ਕੋਈ ਜੀਵ ਹੀਰੇ ਦਾ ਵਪਾਰੀ ਹੈ, ਉਹਨੂੰ ਉਹ ਹੀਰੇ ਜਿਹੜਾ ਜੌਹਰੀ ਉਹਨੂੰ ਪਤਾ ਹੁੰਦਾ। ਜਿਹਨੂੰ ਹੁਣ ਭੇਜਦੀ ਨਹੀਂ, ਉਹਦੇ ਵਾਸਤੇ ਉਹ ਕਾਚੀ ਹੈ, ਕਿਉਂਕਿ ਜਿਹਨੂੰ ਪਹਿਚਾਣ ਹੀ ਨਹੀਂ, ਜਿਹਨੂੰ ਪਤਾ ਹੀ ਨਹੀਂ। ਹੁਣ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਵੀ ਜਦ ਤੱਕ ਅਸੀਂ ਵਪਾਰੀ ਨਹੀਂ, ਉਹਨਾਂ ਸਮਾਂ ਸਾਨੂੰ ਪਰਮਾਤਮਾ ਦੇ ਨਾਂ ਦਾ ਨਾਮ ਦੀ ਕਦਰ ਹੁੰਦੀ, ਨਾ ਸਾਨੂੰ ਆਪਣੇ ਘਰ-ਬਾਰ ਦੀ ਕਦਰ, ਨਾ ਸਾਨੂੰ ਸੱਚ ਦੀ ਪਰਮਾਤਮਾ ਦੀ ਕਦਰ। ਹੁਣ ਮਾਲਕ ਨੂੰ ਦੇਖਦੇ ਤਾਂ ਸਾਰੇ ਹੀ ਨੇ, ਸਾਰਾ ਜਗਤ ਹੀ ਦੇਖ ਰਹੇ, ਪਰ ਉਹਨੂੰ ਦੇਖਣ ਦੇ ਨਾਲ ਮੁਕਤੀ ਨਹੀਂ ਮਿਲਦੀ, ਕਿਉਂਕਿ ਜਦ ਤੱਕ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ। ਗੁਰਬਾਣੀ ਗੁਰੂ ਦੀ ਸਾਨੂੰ ਸ਼ਬਦਾਂ 'ਚ ਸਾਰਾ ਭੇਦ ਦਿੱਤਾ ਕਿ ਮਹਾਰਾਜ ਫਰਮਾਉਂਦੇ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਨੂੰ ਦੇਖਦੇ ਤਾਂ ਸਾਰੇ ਹੀ, ਪਰ ਉਹਨੂੰ ਦੇਖਣ ਦੇ ਨਾਲ ਸਾਨੂੰ ਉਹਦੀ ਪ੍ਰਤੀਤ ਨਹੀਂ ਆਉਂਦੀ, ਸਾਨੂੰ ਭਰੋਸਾ ਨਹੀਂ ਆਉਂਦਾ ਵੀ ਇਹ ਸਾਚੇ ਪਰਮਾਤਮਾ, ਇਹ ਸਾਡਾ ਜਨਮਦਾਤਾ ਹੈ। ਮਹਾਰਾਜ ਤਾਈਓ ਫਰਮਾਉਂਦੇ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾਈ। ਹੁਣ ਮਾਲਕ ਨੂੰ ਦੇਖ ਵੀ ਰਹੇ ਹਾਂ, ਦਰਸ਼ਨ ਵੀ ਹੋ ਗਏ, ਅਤੇ ਜੇ ਸਾਨੂੰ ਪ੍ਰਤੀਤ ਨਹੀਂ, ਸਾਨੂੰ ਭਰੋਸਾ ਨਹੀਂ, ਅਤੇ ਫਿਰ ਅਸੀਂ ਜਿਹੜਾ ਉਹ ਚੀਜ਼ ਦੇ ਵਪਾਰੀ ਨਹੀਂ, ਸਾਨੂੰ ਕਦਰ ਨਹੀਂ, ਸਾਨੂੰ ਕੀਮਤ ਦਾ ਨਹੀਂ ਪਤਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਅੰਮ੍ਰਿਤ ਦੀ ਸਾਰ ਉਹੀ ਉਹ ਜਾਣਦਾ ਜਿਹੜਾ ਅੰਮ੍ਰਿਤ ਦਾ ਵਪਾਰੀ ਹੈ। ਇਸੇ ਤਰ੍ਹਾਂ ਨਾਮ ਅਤੇ ਸੱਚ, ਜਿਹੜਾ ਵਪਾਰੀ ਹੈ ਉਹ ਨਹੀਂ ਪਤਾ, ਜਿਹੜਾ ਵਪਾਰੀ ਨਹੀਂ ਉਹਨੂੰ ਕੋਈ ਕਦਰ ਹੀ ਨਹੀਂ, ਉਹਨੂੰ ਕੀਮਤ ਦਾ ਪਤਾ ਹੀ ਨਹੀਂ। ਔਰ ਇਸ ਵਾਸਤੇ ਫਿਰ ਸਾਨੂੰ ਗੁਰਬਾਣੀ ਗੁਰੂ ਵਿੱਚ ਮਾਲਕ ਦੀ ਜਾਣ ਪਹਿਚਾਣ ਕਰਾਈ ਵੀ ਤਾਂ ਕਿ ਸਾਨੂੰ ਸਮਝ ਲੱਗ ਜੇ, ਸਾਨੂੰ ਸੋਝੀ ਆ ਜੇ। ਫਿਰ ਉਹਦੇ ਗੁਣ ਨੇ ਜਿਹੜੇ ਉਹ ਗੁਣ ਦੱਸੇ ਅੱਗੇ। ਜਦੋਂ ਅਸੀਂ ਪਰਮਾਤਮਾ ਦੇ ਗੁਣ ਸੁਣਾਂਗੇ, ਉਹਦੇ ਗੁਣਾਂ ਨੂੰ ਗਾਵਾਂਗੇ, ਅਤੇ ਸਾਡੇ ਅੰਦਰ ਤੜਫ ਅਤੇ ਵਿਰਾਗ ਪੈਦਾ ਹੋਏਗਾ ਵੀ ਜਿਸ ਦੇ ਇੰਨੇ ਗੁਣ ਨੇ ਮਾਲਕ ਦੇ,
ਅਸੀਂ ਉਹਨੂੰ ਮਿਲੀਏ ਤਾਂ ਸਹੀ, ਅਸੀਂ ਉਹਨੂੰ ਦੇਖੀਏ ਤਾਂ ਸਹੀ ਵੀ ਉਹ ਹੈ ਕਿਹੋ ਜਿਹੇ। ਹੁਣ ਤਾਂ ਕਰਕੇ ਫਿਰ ਸਾਨੂੰ ਗੁਰਬਾਣੀ ਗੁਰੂ ਵਿੱਚ ਸੱਚ ਦੇ ਨਾਮ ਦੀ ਮਹਿਮਾ, ਉਹਦੇ ਗੁਣ ਗਾਏ ਨੇ ਅਤੇ ਸਾਨੂੰ ਜਾਣ ਪਹਿਚਾਣ ਕਰਾਈ ਵੀ ਜੋ ਸਾਡਾ ਮਾਤਾ ਪਿਤਾ ਹੈ ਉਹਦਾ ਕੋਈ ਰੂਪ ਰੰਗ, ਉਹਦਾ ਕੋਈ ਰੇਖ ਭੇਖ ਨਹੀਂ, ਕੋਈ ਰੰਗਾਂ ਤੋਂ ਬਾਹਰ। ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਰੰਗ ਨੇ ਤੇ ਆਪ ਇਹਨਾਂ ਰੰਗਾਂ ਤੋਂ ਵੱਖਰਾ। ਮਾਰੇ ਫਰਮਾਉਂਦੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭੈਨ। ਇਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਹੁਣ ਜਿਨ੍ਹਾਂ ਦੇ ਪ੍ਰਸੰਨ ਹੁੰਦੇ ਉਹਨਾਂ ਨੂੰ ਭਰੋਸਾ ਆ ਜਾਂਦਾ, ਉਹਨਾਂ ਨੂੰ ਪ੍ਰਤੀਤ ਆ ਜਾਂਦੀ, ਉਹਨਾਂ ਦਾ ਪਿਆਰ ਮਾਲਕ ਨਾਲ ਪੈ ਜਾਂਦਾ। ਜੈ ਠਾਕਰ ਪ੍ਰਸੰਨ ਭਇਓ ਸਤ ਸੰਗਤ ਤੇ ਪਿਆਰ। ਵੀ ਜਦੋਂ ਸਾਡੇ 'ਤੇ ਪ੍ਰਸੰਨ ਹੁੰਦੇ, ਖੁਸ਼ ਹੁੰਦੇ, ਸਾਡਾ ਪਿਆਰ ਪੈ ਜਾਂਦਾ ਸਤ ਸੰਗਤ ਨਾਲ, ਸੱਚ ਨਾਲ, ਪਰਮਾਤਮਾ ਨਾਲ। ਹੁਣ ਜਿਹਦੇ ਨਾਲ ਸਾਡਾ ਪਿਆਰ ਹੋਵੇ ਫਿਰ ਉਹਨੂੰ ਅਸੀਂ ਦੇਖੇ ਤੋਂ ਬਿਨਾਂ ਨਹੀਂ ਰਹਿ ਸਕਦੇ। ਜਿਵੇਂ ਆਪਾਂ ਸੰਸਾਰ 'ਚ ਵੀ ਦੇਖਦੇ ਹਾਂ ਬਈ ਆਪਣਾ ਪਿਆਰ ਹੁੰਦਾ, ਚਾਹੇ ਸਾਡੇ ਮਾਤਾ ਪਿਤਾ ਨਾਲ, ਚਾਹੇ ਭੈਣ ਭਰਾਵਾਂ ਨਾਲ, ਚਾਹੇ ਸਾਡੇ ਸੰਗੀਆਂ ਸਾਥੀਆਂ ਨਾਲ। ਹੁਣ ਜਿਹਦੇ ਨਾਲ ਸਾਡਾ ਪਿਆਰ ਹੈ ਉਹਨੂੰ ਅਸੀਂ ਦੇਖੇ ਤੋਂ ਬਿਨਾਂ ਰਹਿ ਨਹੀਂ ਸਕਦੇ, ਅਤੇ ਜਦੋਂ ਅਸੀਂ ਦੇਖਦੇ ਹਾਂ ਕਹਿੰਦੇ ਵੀ ਸਾਨੂੰ ਚੈਨ ਆ ਗਿਆ ਦਰਸ਼ਨ ਕਰਕੇ, ਮਿਲ ਕੇ। ਹੁਣ ਇਸੇ ਤਰ੍ਹਾਂ ਹੀ ਜੇ ਸਾਡਾ ਮਾਲਕ ਦੇ ਨਾਲ ਪਿਆਰ ਹੋਏ ਫਿਰ ਅਸੀਂ ਰਹਿ ਨਹੀਂ ਸਕਦੇ ਉਹਨੂੰ ਦੇਖੇ ਤੋਂ ਬਿਨਾਂ, ਉਹਦੇ ਦਰਸ਼ਨਾਂ ਤੋਂ ਬਿਨਾਂ। ਫਿਰ ਅਸੀਂ ਉਹਦੇ ਦਰਸ਼ਨ ਕਰਾਂਗੇ, ਫਿਰ ਅਸੀਂ ਦੇਖਾਂਗੇ ਅਤੇ ਸਾਡੇ ਮਨ ਨੂੰ ਚੈਨ ਆਏਗਾ, ਸਾਡੇ ਮਨ ਨੂੰ ਧੀਰਜ ਆਏਗਾ। ਫਿਰ ਸਾਡਾ ਜਿਹੜਾ ਮਨ ਉਹ ਠਹਿਰਾਓ ਵਿੱਚ ਆਏਗਾ, ਸਾਡਾ ਮਨ ਖੁਸ਼ੀ ਖੇੜੇ ਵਿੱਚ ਆਏਗਾ, ਆਨੰਦ ਵਿੱਚ ਆਏਗਾ। ਜਿਵੇਂ ਆਪਾਂ ਕਿਸੇ ਨੂੰ ਮਿਲਦੇ ਜਿਹਦੇ ਨਾਲ ਪਿਆਰ ਹੈ ਅਤੇ ਮਿਲ ਕੇ ਆਪਾਂ ਕਹਿੰਦੇ ਵੀ ਆਨੰਦ ਹੀ ਆ ਗਈ, ਵੀ ਮੈਨੂੰ ਬਹੁਤ ਖੁਸ਼ੀ ਹੋਈ ਮਿਲ ਕੇ। ਹੁਣ ਇਸੇ ਤਰ੍ਹਾਂ ਹੀ ਜਦੋਂ ਸਾਡਾ ਮਾਲਕ ਨਾਲ ਪਿਆਰ ਹੈ ਅਤੇ ਫਿਰ ਅਸੀਂ ਕਹਿੰਦੇ ਵੀ ਦਰਸ਼ਨ ਕਰਕੇ ਆਨੰਦ ਹੀ ਆ ਗਈ। ਪਰ ਜਿਹਦੇ ਨਾਲ ਸਾਡਾ ਪਿਆਰ ਨਹੀਂ, ਉਹ ਚਾਹੇ ਸਾਡੇ ਸਾਹਮਣੇ ਹੀ ਖੜ੍ਹਾ ਹੋ, ਫਿਰ ਅਸੀਂ ਉਹਨੂੰ ਦੇਖਦੇ ਹੀ ਨਹੀਂ। ਅਸੀਂ ਕਹਿੰਦੇ ਵੀ ਆਪਾਂ ਕੀ ਲੈਣਾ, ਕਿਉਂਕਿ ਉਹਦੇ ਨਾਲ ਸਾਡਾ ਪਿਆਰ ਨਹੀਂ। ਸੋ ਇਸ ਵਾਸਤੇ ਫਿਰ ਜਿਹੜੀ ਅਵਸਥਾ ਹੈ, ਸਭ ਤੋਂ ਵੱਡੀ ਇਹੀ ਅਵਸਥਾ ਵੀ ਸਾਡਾ ਮਾਲਕ ਦੇ ਨਾਲ ਪਿਆਰ ਪੈ ਜਾਏ, ਸਾਡੀ ਉਹਦੇ ਨਾਲ ਬਣ ਆਵੇ। ਜਿਵੇਂ ਹੁਣ ਆਪਾਂ ਨੂੰ ਕਹਿੰਦੇ ਵੀ ਸੰਤ ਨੇ, ਸਾਧੂ ਨੇ, ਸੰਤਾਂ ਸਾਧੂਆਂ ਦੀ ਮਾਲਕ ਦੇ ਨਾਲ ਪ੍ਰੀਤ ਹੁੰਦੀ, ਉਹਦੇ ਨਾਲ ਪਿਆਰ। ਮਹਾਰਾਜ ਕਹਿੰਦੇ ਸੰਤਾਂ ਬਣ ਆਈ ਆਪਣੇ ਪ੍ਰਭ ਸਿਉ, ਪਰਮਾਤਮਾ ਦੇ ਨਾਲ ਸੰਤਾਂ ਦੀ ਬਣ ਆਈ, ਉਹਨਾਂ ਦੇ ਨਾਲ ਪਿਆਰ ਹੈ, ਪ੍ਰੀਤ। ਹੁਣ ਜਿਨ੍ਹਾਂ ਦੇ ਨਾਲ ਪ੍ਰੀਤ ਹੈ ਮਾਲਕ ਦੀ, ਜੇ ਅਸੀਂ ਉਹਨਾਂ ਦਾ ਸੰਗ ਕਰਾਂਗੇ ਫਿਰ ਉਹ ਆਪਾਂ ਨੂੰ ਵੀ ਦੱਸਣਗੇ ਵੀ ਪ੍ਰੀਤ ਕਿਵੇਂ ਪਈ, ਕਿਵੇਂ ਉਹਨਾਂ ਨੇ ਮਾਲਕ ਨਾਲ ਪਿਆਰ ਪਾਇਆ। ਹੁਣ ਇਸੇ ਤਰ੍ਹਾਂ ਹੀ ਜਦੋਂ ਆਪਾਂ ਭਗਤਾਂ ਤੋਂ ਪੁੱਛਦੇ ਵੀ ਤੁਹਾਡੀ ਪ੍ਰੀਤ ਪਰਮਾਤਮਾ ਦੇ ਨਾਲ ਕਿਵੇਂ ਪਈ, ਕਿਵੇਂ ਤੁਸੀਂ ਇੰਨਾ ਪਿਆਰ ਪਾ ਲਿਆ, ਉਹਦੇ ਬਦਲੇ ਤੁਸੀਂ ਕੀ ਦਿੱਤਾ, ਫਿਰ ਉਹ ਆਪਾਂ ਨੂੰ ਦੱਸਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੀ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਠੀ। ਵੀ ਇਹ ਜਿਹੜੀ ਪ੍ਰੀਤ, ਇਹਦੇ ਵਾਸਤੇ ਆਪਣਾ ਆਪਾ ਦੇਣਾ ਪੈਂਦਾ, ਆਪਣਾ ਆਪਾ ਸਮਰਪਣ ਕਰਨਾ ਪੈਂਦਾ। ਸੰਸਾਰ ਦੇ ਵਿੱਚ ਅਸੀਂ ਜੋ ਵੀ ਕਰਦੇ
ਸੰਸਾਰ ਦੇ ਵਿੱਚ ਅਸੀਂ ਪਾਉਣ ਵਾਸਤੇ ਕਰਦੇ ਹਾਂ। ਜਿੰਨੀ ਵੀ ਦੌੜ ਲੱਗੀ ਕੁਝ ਨਾ ਕੁਝ ਮੈਂ ਪਾ ਲਵਾਂ, ਮੈਂ ਮਾਇਆ ਨੂੰ ਪਾ ਲਾਂ, ਧਨ ਇਕੱਠਾ ਕਰ ਲਵਾਂ, ਮੈਂ ਸੰਸਾਰ ਦੇ ਪਦਾਰਥ ਪਾ ਲਵਾਂ, ਮੈਂ ਆਹ ਚੀਜ਼ ਪਾ ਲਵਾਂ, ਮੈਂ ਉਹ ਚੀਜ਼ ਪਾ ਲਵਾਂ। ਇਹ ਸਾਰੀ ਦੌੜ ਜਿਹੜੀ ਧਾਤ ਦੇ ਰਸਤੇ 'ਤੇ ਪਾਉਣ ਦੀ, ਹੁਣ ਇਹ ਜਿਹੜਾ ਲਿਵ ਦਾ ਰਸਤਾ, ਇਹਦੇ 'ਤੇ ਸਾਰਾ ਕੁਝ ਗਵਾਉਣਾ ਪੈਂਦਾ। ਆਪਣਾ ਆਪਾ ਗਵਾਉਣਾ, ਆਪਣਾ ਆਪਾ ਵਾਰਨਾ। ਹੁਣ ਤਾਂ ਕਰਕੇ ਫਿਰ ਜੀਵ ਇਹਦੇ 'ਤੇ ਵਿਰਲੇ ਵਿਰਲੇ ਚੱਲਦੇ, ਕਿਉਂਕਿ ਜੀਵ ਗਵਾਉਣਾ ਚਾਹੁੰਦਾ ਨਹੀਂ, ਪਾਉਣਾ ਚਾਹੁੰਦਾ। ਹੁਣ ਮਹਾਰਾਜ ਕਹਿੰਦੇ ਵੀ ਤੁਹਾਨੂੰ ਗਵਾਉਣਾ ਪੈਣਾ, ਵੀ ਪਾਉਣ ਦੇ ਨਾਲ ਆਪਦੀ ਚਿਤਰਾਈ ਨਾਲ ਤਾਂ ਮਿਲਦਾ ਨਹੀਂ। ਸਤਿਗੁਰੂ ਕਹਿੰਦੇ ਆਪ ਗਵਾਈਏ ਤਾਸੋ ਪਾਈਏ ਔਰ ਕੈਸੀ ਚਿਤਰਾਈ। ਵੀ ਇੱਥੇ ਤਾਂ ਗਵਾਉਣਾ ਪੈਣਾ ਆਪਣਾ ਆਪਾ, ਆਪਣਾ ਆਪਾ ਵਾਰਨਾ ਪੈਣਾ, ਅਤੇ ਇਹਨੂੰ ਕੁਰਬਾਨੀ ਕਹਿੰਦੇ। ਕੁਰਬਾਨ ਹੋ ਜਾਣਾ, ਆਪਣਾ ਆਪਾ ਮਿਟਾ ਦੇਣਾ। ਹੁਣ ਸਤਿਗੁਰੂ ਕਹਿੰਦੇ ਵੀ ਮੈਂ ਉਹਨਾਂ 'ਤੇ ਕੁਰਬਾਨ ਜਾਂਦਾ ਵੀ ਜਿਹੜੇ ਤੈਨੂੰ ਧਿਆਉਂਦੇ, ਜਿਹੜੇ ਤੇਰੀ ਭਗਤੀ ਕਰਦੇ, ਜਿਹੜੇ ਤੇਰੀ ਬੰਦਗੀ ਕਰਦੇ। ਹੋ ਕੁਰਬਾਨੇ ਜਾਊਂ ਮਿਹਰਬਾਨਾ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾ ਕਿਹੋਂ ਸਦ ਕੁਰਬਾਨੇ ਜਾ। ਬਈ ਉਹਨਾਂ ਦੇ ਅਸੀਂ ਕੁਰਬਾਨ ਜਾਂਦੇ ਜਿਹੜੇ ਤੇਰੇ ਨਾਮ ਜਪਦੇ, ਜਿਹੜੇ ਤੇਰੀ ਭਗਤੀ ਕਰਦੇ। ਹੁਣ ਤਾਈਓ ਸਾਨੂੰ ਫਿਰ ਸਮਝਾਉਂਦੇ ਵੀ ਇਹਦੇ ਵਿੱਚ ਸਾਨੂੰ ਪਹਿਲਾਂ ਜਿਹੜਾ ਉਹ ਮਰਨਾ ਕਬੂਲ ਕਰਨਾ ਪੈਂਦਾ। ਜਿਉਣ ਦੀਆਂ ਜਿਹੜੀਆਂ ਆਸਾਂ, ਜਿਹੜਾ ਸਾਡਾ ਮਨ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ 'ਚ ਚੱਲਦਾ, ਇਹ ਛੱਡਣਾ ਪੈਂਦਾ। ਮਹਾਰਾਜ ਤਾਈਓ ਫਰਮਾਉਂਦੇ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਵੀ ਸਾਡਾ ਮਨ ਸਭ ਦੀ ਰੇਣ ਹੋ ਜੇ, ਇੰਨਾ ਨੀਵਾਂ ਹੋ ਜੇ, ਇੰਨਾ ਨਮਾਣਾ ਹੋ ਜੇ, ਅਤੇ ਅਸੀਂ ਮਰਨ ਵਾਸਤੇ ਤਿਆਰ ਹੋਈਏ ਅਤੇ ਆਸਾਂ ਇੱਧਰੋਂ ਛੱਡ ਦਈਏ। ਔਰ ਐਸੀ ਅਵਸਥਾ 'ਚ ਜੇ ਸਾਡਾ ਮਨ ਜਾਏਗਾ ਅਤੇ ਫਿਰ ਅਸੀਂ ਮਾਲਕ ਨੂੰ ਮਿਲ ਸਕਦੇ। ਨਹੀਂ ਤਾਂ ਜਦ ਤੱਕ ਅਸੀਂ ਆਪਦੀ ਮੱਤ ਨਹੀਂ ਛੱਡਦੇ, ਫਿਰ ਉਹਨਾਂ ਸਮਾਂ ਤਾਈਓ ਸਾਡਾ ਮਨ ਅਸ਼ਾਂਤ ਹੁੰਦਾ, ਤਾਈਓ ਦੁਖੀ ਹੁੰਦਾ। ਦੁੱਖ ਦਾ ਕਾਰਨ ਹੈ ਜਿਹੜਾ, ਉਹ ਫਿਰ ਸਾਨੂੰ ਸਤਿਗੁਰੂ ਦੱਸਦੇ ਵੀ ਕੋਈ ਹੋਰ ਨਹੀਂ, ਸਾਡੀ ਆਪਣੀ ਮੱਤ, ਸਾਡੀ ਸਿਆਣਪ ਹੀ। ਜਦੋਂ ਅਸੀਂ ਇੱਧਰ ਆਪਦੀ ਸਿਆਣਪ ਵਰਤਦੇ ਹਾਂ, ਫਿਰ ਹੀ ਅਸੀਂ ਦੁਖੀ ਹੁੰਦੇ, ਫਿਰ ਹੀ ਅਸੀਂ ਔਖੇ ਹੁੰਦੇ। ਇਹ ਮਹਾਰਾਜ ਤਾਈਓ ਕਹਿੰਦੇ ਵੀ ਇਹਨੂੰ ਹੁਣ ਛੱਡਣ ਵਾਸਤੇ ਹੀ ਸਾਨੂੰ ਇਹ ਅਭਿਆਸ ਕਰਨਾ ਪੈਂਦਾ। ਨਾਲ ਨਾਲ ਸਾਨੂੰ ਸਤ ਸੰਗਤ ਕਰਨੀ ਪੈਂਦੀ ਹੈ, ਗਿਆਨ ਨੂੰ ਦ੍ਰਿੜ ਕਰਨਾ ਪੈਂਦਾ ਵੀ ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਹਰ ਸਮੇਂ ਇੱਧਰ ਲੱਗਿਆ ਹੀ ਰਹੇ। ਜਾਂ ਸਿਮਰਨ ਕਰਨ, ਸਿਮਰਨ ਛੱਡੇ ਅਤੇ ਸ਼ਬਦ ਦੀ ਵਿਚਾਰ ਕਰੇ। ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਇਹ ਸਾਡਾ ਮਨ ਨਿਰਮਲ ਰਹੇਗਾ, ਸਾਡਾ ਮਨ ਧੋਤਾ ਜਾਏਗਾ। ਮਹਾਰਾਜ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਵੀ ਅਸੀਂ ਚਾਹੇ ਕੋਈ ਵੀ ਸ਼ਬਦ ਲੈ ਕੇ ਗੁਰਬਾਣੀ ਗੁਰੂ ਦਾ ਅੰਤਰਗਤ ਅਸੀਂ ਵਿਚਾਰ ਕਰਾਂਗੇ, ਇਹਨੇ ਸਾਡੇ ਮਨ ਨੂੰ ਧੋ ਦੇਣਾ, ਸਾਡੇ ਮਨ ਨੂੰ ਸ਼ੁੱਧ ਕਰ ਦੇਣਾ, ਮਨ ਨੂੰ ਪਵਿੱਤਰ ਕਰ ਦੇਣਾ, ਨਿਰਮਲ ਕਰ ਦੇਣਾ। ਨਿਰਮਲ ਮਨ ਸਹਿਜ ਵਿੱਚ ਚਲਾ ਜਾਂਦਾ, ਅਤੇ ਜਦੋਂ ਅਸੀਂ ਸਹਿਜ 'ਚ ਹੋਵਾਂਗੇ ਸਾਡਾ ਬੋਲਣ ਨੂੰ ਚਿੱਤ ਨਹੀਂ ਕਰਦਾ। ਜੇ ਆਪਾਂ ਨੂੰ ਕੋਈ ਬੁਲਾਏਗਾ ਵੀ
फिर आप उन्ना की बोलांगे जिन्ना कि जरूरी, बहुता नहीं बोलांगे, क्योंकि बहुता बोलण दे नाल साडा जिहड़ा सहज वो सहज टुटदा, मन सहज तो बाहर आउंदा। सहज अपना घर है, जदों असीं आपदे घर रवांगे तो साडा मुख मिठा रहना, ये सहज की निशानी। फरमाउंदे ने सहज आनंद होआ बड़ भागी, मन हर हर मीठा लाया, जन कहे नानक ला पहली रंभ काज रचाए। साडा मुख है जिहड़ा मिठा रहिंदा जदों असीं सहज दे विच रवांगे, सहज तो बाहर आवांगे, बोलांगे तो अपने मुख का उदों ही स्वाद बदल जाना, मिठास घट जानी, तो फिर पता लग जाता भी सहज तो बाहर आ गई। जदों फिर सहज में चले गए फिर मुख मिठा। इस वास्ते महाराज कहते भी भगतां की जिहड़ी चाल वो संसारियां नालों वखरी होंदी। संसारियां ते भगतां दा आपस विच ताइयों जोड़ नहीं आउंदा, भगतां ते संसारियां जोड़ कदे ना आया। हुण संसारी ने माया दीयां गल्लां करनियां, उन्हें फिके बोल बोल। भगत ने विचार करनी भी साडा मन सहज विच किवें जावे, किवें साडे मन नूं सुख मिले, किवें रोके, किवें विचारां तो रहत होवे, किवें इहनूं थमिया जावे। हुण मन है जिहड़ा साडा ये दो तरीके नाल सहज विच बहिंदा घर दे विच। एक तां असीं सिमरनी इन्ना करिए भी मन नूं मौका ही ना दईए भजन, जां फिर असीं शब्द दी विचार करिए, गुरबाणी गुरु दी विचार करिए, मन नूं ज्ञान द्वारा रोकीए, ज्ञान दा थंम लाइए, तो फिर साडा मन घर बहिंदा। महाराज फरमाउंदे मनुआ क्यों कर वासा वे, गुर प्रसादी ठाकीए, ज्ञान मती घर आवे। ज्ञान की मत दे के इनू घर बिठाया जा सकता, बेथे घर च बैठा रहे। जदों असी घरे बैठांगे फिर साडे मन का सुभाव बन जाता। जिवें कई बच्चे हुंदे उन्हां दा घरे जी नहीं लगदा, बाहर नूं भजदे। हुण उन्हां नूं फिर बिठाउणा पैंदा, जदों घरे बैठण लग जांदे फिर उन्हां दा घरे जी लगन लग जांदा। जदों घर च जी लगन लग गया फिर वो घर तो बाहर फिर ही जाणगे जे कोई जरूरी काम है, नहीं तो घरे बैठे रहिंदे। सो इस तरह ही साडे मन का जदों सुभाव बन गया घर बैठण सहज दे विच, फिर ये घर तो बाहर आउंदा नहीं। जे बहुत जरूरी है फिर आए, इस संसार की जिन्नी क गल करनी उन्नी क करेगा, मुड़ के फिर घरे बह जांदा, फिर चुप हो जांदा। तां महाराज कहंदे भी भगतां की जिहड़ी चाल वो वखरी हुंदी। वखरी किवें भी वो संसार दीयां बहुतियां विचारां च नहीं पैंदी। फरमाउंदे भगतां की चाल निराली, चालां निराली भगतां केरी बिखम मार्ग चलन। लभ लोभ अहंकार तज तृष्णा बहुत नाही बोलन। भी वो नहीं बहुता बोलते, वो नहीं बहुतियां विचारां च पैंदे। हुण आपां नूं फिर इसलिए समझाउंदे भी आपां भी हुण ये विचारां नूं छड्ड के हुण जिहड़ी कार सानूं सतगुरु करन नूं कह रहे वो करीए। महाराज फरमाउंदे गुर कहे आसा कार कमावो।
ਹੁਣ ਗੁਰੂ ਸਾਨੂੰ ਕਿਹੜੀ ਕਾਰੇ ਲਾਉਂਦੇ? ਉਹ ਕਹਿੰਦੇ ਵੀ ਸਿਮਰਨ ਕਰ, ਰਾਮ ਸਿਮਰ, ਰਾਮ ਸਿਮਰ ਇਹ ਤੇਰੇ ਕਾਜ ਹੈ। ਹੁਣ ਜਿਹੜਾ ਸਾਡੇ ਮਨ ਨੂੰ ਕਾਰਜ ਦਿੱਤਾ ਹੈ, ਆਵਾ ਉਹ ਕਰੀਏ ਤਾਂ ਕਿ ਇਹ ਕਾਰਜ ਕਰਕੇ ਸਾਨੂੰ ਵੀ ਜੋ ਸਤਿਗੁਰੂ ਕਹਿ ਰਹੇ ਵੀ ਫਲ ਦੀ ਪ੍ਰਾਪਤੀ, ਉਹ ਆਪਣੇ ਮਨ ਨੂੰ ਵੀ ਫਲ ਦੀ ਪ੍ਰਾਪਤੀ ਹੋ ਜੀ। ਆਓ ਜੋ ਮਹਾਰਾਜ ਆਪਾਂ ਨੂੰ ਸਾਸਕ ਰਸ ਸਿਮਰਨ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ Guru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪ ਅਭਿਆਸ ਕਰਦੇ, ਇਹਦੇ ਨਾਲ ਫਿਰ ਆਪਣਾ ਮਨ ਵਿਚਾਰਾਂ ਤੋਂ ਹੋਰਨਿਆਂ ਤੋਂ ਰਹਿਤ ਹੁੰਦਾ, ਆਪਣਾ ਮਨ ਧੋਤਾ ਜਾਂਦਾ। ਜ਼ਿਆਦਾ ਹੁਣ ਇਹ ਅਸੀਂ ਕਾਰ ਕਰੀਏ, ਜਾਂ ਫਿਰ ਆਪਾਂ ਨੂੰ ਕਹਿੰਦੇ ਸ਼ਬਦ ਦੀ ਵਿਚਾਰ ਕਰ। ਇਹਦੇ ਨਾਲ ਸ਼ਬਦ ਦੀ ਵਿਚਾਰ ਨਾਲ ਸਾਡਾ ਮਨ ਧੋਤਾ ਜਾਂਦਾ। ਹੁਣ ਇਹ ਜਿਹੜਾ ਗਿਆਨ ਹੈ, ਗੁਰੂ ਦੀ ਮੱਤ ਇਸ ਨੂੰ ਰਤਨ ਆਖੀ, ਗਿਆਨ ਰਤਨ। ਜੇ ਹੁਣ ਇਹ ਰਤਨ ਦੁਆਰਾ ਅਸੀਂ ਮਨ ਨੂੰ ਮਾਂਜਾਂਗੇ, ਫਿਰ ਇਹ ਮੈਲਾ ਨਹੀਂ ਹੋਏਗਾ। ਮਾਰੇ ਫਰਮਾਉਂਦੇ ਗਿਆਨ ਰਤਨ ਮਨ ਮਾਂਜੀਏ, ਬੌਰ ਨਾ ਮੈਲਾ ਹੋਈ। ਬਈ ਹੁਣ ਇਹਨੂੰ ਗਿਆਨ ਦੁਆਰਾ ਮਾਂਜੀ ਜਾ, ਤੇ ਨਾਲ ਨਾਲ ਸਿਮਰਨ ਕਰਨ। ਜਿਉਂ ਜਿਉਂ ਅਸੀਂ ਸਿਮਰਨ ਕਰਾਂਗੇ, ਅਗਰ ਬਾਣੀ ਗੁਰੂ ਨੂੰ ਪੜ੍ਹਾਂਗੇ, ਪੜ੍ਹ ਕੇ ਵਿਚਾਰਾਂਗੇ, ਖੋਜਾਂਗੇ, ਸਾਡਾ ਜਿਹੜਾ ਮਨ ਹੈ, ਮਨ ਧੋਤਾ ਜਾਏਗਾ, ਮਨ ਘਰ ਆ ਜੀ, ਸਹਿਜ ਵਿੱਚ ਆ ਜੀ। ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਘਰ ਬੈਠਾਂਗੇ, ਉੱਥੇ ਸੁੱਖ ਹੈ, ਉੱਥੇ ਆਨੰਦ। ਹੁਣ ਇੱਧਰ ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਸਹਿਜ ਨਹੀਂ। ਮਾਰੇ ਫਰਮਾਉਂਦੇ ਕਰਮੀ ਸਹਿਜ ਨਾ ਉਪਜੇ, ਬੈਣ ਸਹਿਜੇ ਸਹਿੰਸਾ ਨਾ ਜਾਏ। ਇਹ ਜਦ ਤੱਕ ਸਾਡਾ ਮਨ ਵਿਚਾਰਾਂ 'ਚ, ਉਹਨਾਂ ਸਮਾਂ ਸਹਿਜ ਕਰ ਨਹੀਂ ਜਾਂਦਾ। ਤੇ ਜਿੰਨਾ ਸਮਾਂ ਸਹਿਜ ਕਰ ਨਹੀਂ ਜਾਂਦਾ, ਤੇ ਚਿੰਤਾ ਫਿਕਰ ਨਹੀਂ ਖਤਮ ਹੁੰਦੇ, ਸਹਿੰਸੇ ਨਹੀਂ ਖਤਮ ਹੁੰਦੇ। ਹੁਣ ਇਸ ਵਾਸਤੇ ਜੇ ਅਸੀਂ ਆਪਦੇ ਘਰ ਬੈਠਾਂਗੇ, ਸਹਿਜ ਆਪਣਾ ਘਰ ਹੈ, ਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਗੁਣ ਨਹੀਂ ਗਵਾਉਣਾ, ਸਹਿਜ ਵੜ। ਵੀ ਚਾਹੇ ਕੋਈ ਆਪਾਂ ਨੂੰ ਚੰਗਾ ਆਖੇ, ਚਾਹੇ ਕੋਈ ਆਪਾਂ ਨੂੰ ਮਾੜਾ ਆਖੇ, ਆਪ ਆਪਦਾ ਸਹਿਜ ਵਿੱਚ ਰਹਿ। ਮਾਰੇ ਫਰਮਾਉਂਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਸੋ ਆਪਣਾ ਗੁਣ ਨਾ ਗਵਾਵੇ। ਵੀ ਜੇ ਕੋਈ ਆਪਾਂ ਨੂੰ ਮਾੜਾ ਵੀ ਕਹਿੰਦਾ, ਨਿੰਦਿਆ ਵੀ ਕਰਦਾ, ਆਪਾਂ ਆਪਦਾ ਸਹਿਜ ਵਾਲਾ ਗੁਣ ਨਹੀਂ ਗਵਾਉਣਾ। ਵੀ ਆਪਾਂ ਆਪਦਾ ਕੋਸ਼ਿਸ਼ ਕਰਨੀ ਵੀ ਮਨ ਸਹਿਜ ਵਿੱਚ ਹੀ ਰਹੇ, ਤੇ ਸਹਿਜ ਵਿੱਚ ਤਾਂਹੀਓ ਰਹਿ ਸਕਦਾ ਜੇ ਹੁਣ ਅਸੀਂ ਸ਼ਬਦ ਦਾ ਰੱਖਿਆ ਚੱਕਰ ਬਣਾ ਕੇ ਰੱਖਿਆ ਹੋਏ ਵਿੱਚ। ਮਾਰੇ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚਗਿਰਦ ਹਮਾਰੀ। ਫਿਰ ਜਦੋਂ ਅਸੀਂ ਇਹ ਗੁਰਮੰਤਰ ਦਾ ਰੱਖਿਆ ਚੱਕਰ ਬਣਾ ਲਾਂਗੇ, ਸਾਡਾ ਮਨ ਸਹਿਜ ਵਿੱਚ ਚਲਾ ਜਾਏਗਾ। ਫਿਰ ਸਾਡੇ ਇਰਦ ਗਿਰਦ ਨਾਮ ਦਾ ਰੱਖਿਆ ਚੱਕਰ ਬਣ ਜਾਂਦਾ। ਜਦੋਂ ਨਾਮ ਦਾ ਰੱਖਿਆ ਚੱਕਰ ਬਣਿਆ ਹੋਏਗਾ, ਅਸੀਂ ਪਾਰ ਬ੍ਰਹਮ ਦੀ ਸ਼ਰਨ 'ਚ ਚਲੇ ਗਏ। ਫਿਰ ਉੱਥੇ ਸਾਨੂੰ ਕਾਲ ਦੀ ਤਤੀ ਬਾਣੀ ਲੱਗਦੀ। ਮਹਾਰਾਜ ਕਹਿੰਦੇ ਤਾਤੀ ਵਾਉ ਨ ਲੱਗੇ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਫਿਰ ਸਾਡੇ ਮਨ ਨੂੰ ਉੱਥੇ ਦੁੱਖ ਨਹੀਂ ਲੱਗੇਗਾ, ਫਿਰ ਇਹ ਅਸ਼ਾਂਤ ਨਹੀਂ ਹੋਏਗਾ। ਔਰ ਇਸ ਵਾਸਤੇ ਗੁਰਮੁਖ ਪਿਆਰੇ ਹੋਏ, ਆਪਾਂ ਕੋਸ਼ਿਸ਼ ਕਰਨ ਵੱਧ ਤੋਂ ਵੱਧ ਅਸੀਂ ਅਭਿਆਸ ਕਰਨਾ, ਬਹਿੰਦੇ ਉੱਠਦੇ ਚੱਲਦੇ ਫਿਰਦੇ ਕੰਮ ਕਰ ਕਰਦੇ। ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਕਿਉਂਕਿ ਜਦੋਂ ਅਸੀਂ
सेवा करांगे फिर ही सानू फल मिल। मारे फरमाउंदे जेते जी ते सब तेरे बिन सेवा फल किसे ना। बई है तो सारे जीव तेरे ही ने, तेरे बच्चे ने, ते पर जब तक सेवा नहीं करते उन्होंने फल किवें मिल। और इस वास्ते आपां नूं कहंदे भी असीं सेवादार बनना, ਉਹਦੇ वास्ते फिर आपां ਵੱਧ ਤੋਂ ਵੱਧ अभ्यास करना, सत्संगत करनी। ये जो सारा भेद गुरबाणी गुरु द्वारा आपां नूं दिता महापुरखां ने, भाई साहब भाई सेवा सिंह जी तरमाला, उसे ज्ञान नूं ही आपां दृढ़ करते हैं भी ताकि साडे हिरदे च वस जे, सानूं समझ लग जे। क्योंकि ज्ञान ऐसा है जदों असीं वार वार सुनांगे विचार करांगे फिर सानूं समझ आउं, नहीं तो सानूं समझ नहीं आउंदी। सो इस वास्ते फिर आपां ताइयों रोज़ विचार करते भी ताकि अपने मन नूं समझ लग जे, इहनूं सोझी अच्छी। सो गुरमुख प्यारे इन्नियां बेनतियां इन्ने विचार करदियां हैं, जे कोई ऐसा शब्द बोलिया गया होवे संगत अते सतगुरु बख्शण जोग ने बख्श देना जी। वाहिगुरु जी का खालसा, वाहिगुरु जी की फतेह। वाहिगुरु वाहिगुरु।